ਪੰਜਾਬ ਦੇ ਵਿੱਚ ਓਵਰਡੋਜ਼ ਕਰਕੇ 266 ਮੌਤਾਂ ਹੋ ਚੁੱਕੀਆਂ ਨੇ। ਹਾਲਾਂਕਿ ਇਹ ਅੰਕੜਾ ਵੀ ਜਿਹੜਾ ਕਿ ਹੈਰਾਨੀਜਨਕ ਹੈ ਕਿ ਇੰਨੀਆਂ ਜ਼ਿਆਦਾ ਮੌਤਾਂ ਪੰਜਾਬ 'ਚ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਖੁਲਾਸਾ ਸ਼ਾਇਦ ਇਸ ਤੋਂ ਵੱਡਾ ਹੋਰ ਹੋ ਸਕਦਾ ਹੈ। ਕੁਝ ਡਿਸਟ੍ਰਿਕਟ ਜਿਵੇਂ ਇਹਨਾਂ ਨੇ ਦਿਖਾਇਆ ਕਿ ਰੂਪਨਗਰ ਤੇ ਮੁਹਾਲੀ ਵਿੱਚ ਜੀ ਕੋਈ ਡੈਥ ਨਹੀਂ ਹੋਈ। ਹਾਂ, ਤੇ ਜਿਹੜਾ ਬਠਿੰਡਾ ਸੀਗਾ, ਬਠਿੰਡੇ ਵਿੱਚ ਜਿਵੇਂ 38 ਨੇ, ਤਰਨਤਾਰਨ, ਫਾਜ਼ਿਲਕਾ, ਇਹਨਾਂ ਡਿਸਟ੍ਰਿਕਟਸ ਵਿੱਚ ਨੁਕਸਾਨ ਜਿਹੜਾ ਹੈਗਾ ਜਿਹੜੀਆਂ ਡੈਥਸ ਨੇ ਉਹ ਜ਼ਿਆਦਾ ਹੋ ਰਹੀਆਂ। ਪਰ ਪੂਰਾ ਕੀ ਮਸਲਾ ਹੈ, ਇਸ ਵੇਰਵੇ ਦੇ ਉੱਤੇ ਕੀ ਕਾਰਵਾਈ ਹੋ ਸਕਦੀ ਹੈ ਤੇ ਇਸ ਵੇਰਵੇ ਨੂੰ ਲੈ ਕੇ ਕਿਉਂ ਇਹ ਹਾਈ ਕੋਰਟ ਦੇ ਵਿੱਚ ਮਸਲਾ ਉੱਠਿਆ? ਬਸ ਉਹੀ ਹੈ ਕਿ ਦੇਖਦੇ ਹਾਂ ਅਸੀਂ ਕਿ ਹਾਂ ਇਹ ਕਰ ਸਕਦੇ ਹਾਂ। ਜੈਸੇ ਇਹਨਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ ਪਠਾਨਕੋਟ ਦੇ SBS ਨਗਰ ਦੋਨਾਂ ਦੇ ਵਿੱਚ 0 ਦਿਖਾਇਆ। ਇੰਨਾ ਨਹੀਂ ਹੋ ਸਕਦਾ ਕਿ ਉਹਦੇ ਇੱਕ ਵੀ ਮੌਤ ਨਹੀਂ ਹੋਈ। ਫਿਰ ਉਹਨਾਂ ਨੇ ਜੱਜ ਸਾਹਿਬ ਨੇ ਇਹ ਦੇਖਿਆ ਕਿ ਕੋਈ ਵੀ ਸੈਟੀਸਫੈਕਟਰੀ ਰਿਸਪੌਂਸ ਹੈ ਨਹੀਂ, ਕਿਉਂਕਿ ਜਿਹੜਾ ਨੰਬਰ ਹੈ 2020 ਚ 36 ਮੌਤਾਂ ਇਹਨਾਂ ਨੇ ਦਿਖਾਈਆਂ, ਉਹ ਤੋਂ ਬਾਅਦ 71 ਹੋ ਗਈਆਂ, ਉਹ ਤੋਂ ਅਗਲੇ ਸਾਲ ਹੁਣ ਉਹ ਤੋਂ ਬਾਅਦ 159 ਹੋ ਗਈਆਂ ਨੇ, ਤਾਂ ਹਰ ਸਾਲ ਡਬਲ ਤੋਂ ਵੀ ਜ਼ਿਆਦਾ ਨੰਬਰ ਹੋ ਰਿਹਾ। ਪਰ ਫਿਰ ਵੀ ਕੀ 266 3 ਸਾਲਾਂ ਦੇ ਅੰਕੜੇ ਫਿਰ ਵੀ ਲੱਗਦੇ ਨੇ ਵੀ ਇਹ ਠੀਕ ਨੇ, ਜਾਂ ਇਹ ਲਾ ਲਈਏ ਕਿ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ ਕਿ ਠੀਕ ਆ ਫਰਜ਼ੀਵਾੜਾ ਹੈ? ਸਰ ਅੰਕੜੇ ਬਹੁਤ ਘੱਟ ਨੇ ਇਹਦੇ ਵਿੱਚ। ਜਿਹੜੇ ਅੰਕੜੇ ਹੁਣ ਜੇ ਇਹਨਾਂ ਨੂੰ ਵੀ ਅਸੀਂ ਸਹੀ ਮੰਨ ਲਈਏ ਤਾਂ ਵੀ ਭਾਜੀ ਕਿ 266 ਨੂੰ ਵੀ ਅਸੀਂ ਸਹੀ ਮੰਨੀਏ ਕਿ ਜੀ ਇਹ ਜਿਹੜਾ ਐਫੀਡੇਵਿਟ ਹੈ ਸਰਕਾਰ ਨੇ ਦਿੱਤਾ ਹੈ ਤਾਂ ਇੰਨੇ ਹੀ ਹੈਗੇ ਅੰਕੜੇ, ਤਾਂ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਵਰਸ ਨੇ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਹਮੇਸ਼ਾ ਇੱਕ ਵਿਵਾਦ ਰਹਿੰਦਾ ਆ ਕਿ ਨਸ਼ੇ ਖਤਮ ਨਹੀਂ ਹੋ ਰਹੇ, ਜਦ ਕਿ ਇਸ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ। ਹਾਈ ਕੋਰਟ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ, ਨਿਧੀ ਬਨਾਮ ਪੰਜਾਬ ਸੂਬਾ। ਉਸ ਦੇ ਵਿੱਚ ਇੱਕ ਵੇਰਵਾ ਸਾਹਮਣੇ ਆਇਆ ਕਿ ਪਿਛਲੇ 3 ਸਾਲਾਂ ਦੌਰਾਨ, ਸਿਰਫ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਵਿੱਚ ਓਵਰਡੋਜ਼ ਕਰਕੇ 266 ਮੌਤਾਂ ਹੋ ਚੁੱਕੀਆਂ ਨੇ। ਹਾਲਾਂਕਿ ਇਹ ਅੰਕੜਾ ਵੀ ਜਿਹੜਾ ਕਿ ਹੈਰਾਨੀਜਨਕ ਹੈ ਕਿ ਇੰਨੀਆਂ ਜ਼ਿਆਦਾ ਮੌਤਾਂ ਪੰਜਾਬ 'ਚ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਖੁਲਾਸਾ ਸ਼ਾਇਦ ਇਸ ਤੋਂ ਵੱਡਾ ਹੋਰ ਹੋ ਸਕਦਾ ਹੈ। ਪਰ ਪੂਰਾ ਕੀ ਮਸਲਾ ਹੈ, ਇਸ ਵੇਰਵੇ ਦੇ ਉੱਤੇ ਕੀ ਕਾਰਵਾਈ ਹੋ ਸਕਦੀ ਹੈ ਤੇ ਇਸ ਵੇਰਵੇ ਨੂੰ ਲੈ ਕੇ ਕਿਉਂ ਇਹ ਹਾਈ ਕੋਰਟ ਦੇ ਵਿੱਚ ਮਸਲਾ ਉੱਠਿਆ? ਮੇਰੇ ਨਾਲ 2 ਵਕੀਲ ਨੇ, ਸਤਨਾਮ ਜੀ ਤੇ ਅੰਸ਼ੁਲ ਜੀ, ਜਿਨ੍ਹਾਂ ਵੱਲੋਂ ਇਸ ਕੇਸ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ। ਅੰਸ਼ੁਲ ਜੀ ਤੇ ਸਤਨਾਮ ਜੀ, ਪਹਿਲਾਂ ਮਸਲਾ ਜਾਣਨਾ ਚਾਹਾਂਗੇ। ਨਿਧੀ ਬਨਾਮ ਪੰਜਾਬ ਸੂਬਾ ਇਹ ਕੇਸ ਹੈ, ਇਹ ਕੇਸ ਕੀ ਹੈ ਜਿਸ ਦੇ ਚੱਲਦੇ ਹੋਏ ਇੱਕ ਅੰਕੜਾ ਜਿਹੜਾ ਕਿ ਸਾਹਮਣੇ ਆਇਆ? ਸਰ ਇਹਦੇ ਵਿੱਚ ਕੀ ਹੋਇਆ ਸੀ, ਇੱਕ ਨਾ 21 ਤੋਂ 22 ਸਾਲ ਦਾ ਮੁੰਡਾ ਸੀਗਾ, ਉਹਨੇ ਡਰੱਗਸ ਨੂੰ ਓਵਰਡੋਜ਼ ਕਰਕੇ ਉਹਦੀ ਡੈਥ ਹੋ ਜਾਂਦੀ ਹੈ, ਤੇ ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੇ, ਇੱਕ ਦੋਸਤ ਉਹਦੇ ਨਾਲ ਸੀਗਾ, ਉਹਦੇ ਅਗੇਂਸਟ ਇੱਕ FIR ਰਜਿਸਟਰ ਕਰਵਾਉਂਦੇ ਆ ਕਿ ਇਹ ਮੁੰਡਾ ਨਾਲ ਸੀਗਾ ਤੇ ਇਹਨੇ ਜਿਹੜਾ ਹੈਗਾ ਇਹਦਾ ਹੱਥ ਹੈਗਾ ਇਹਦੇ ਵਿੱਚ, ਤੇ ਉਹ FIR ਰਜਿਸਟਰ ਹੋ ਜਾਂਦੀ ਹੈ 304 IPC ਦੇ ਅੰਡਰ, ਤੇ NDPS ਦੇ ਸੈਕਸ਼ਨ ਵਿੱਚ ਐਡ ਕੀਤੇ ਜਾਂਦੇ ਨੇ। ਤੇ ਉਹ ਤੋਂ ਬਾਅਦ ਉਸ ਮੁੰਡੇ ਤੇ ਕੁਝ ਨਾਮ ਲਿੱਤੇ ਨੇ, ਜਿਹੜੇ ਵਿੱਚ ਕਿ ਉਹਨੇ 10 ਕੁ ਬੰਦਿਆਂ ਦੇ ਨਾਮ ਲਿੱਤੇ ਸੀਗੇ ਕਿ ਇਹਦੇ ਵਿੱਚ ਪਟੀਸ਼ਨਰ ਦਾ ਨਾਮ ਸੀਗਾ ਕਿ ਇਹਨਾਂ ਤੋਂ ਦੀ ਤਰਫ ਤੋਂ ਜਿਹੜੀ ਹੈਗੀ ਹੈ ਸਪਲਾਈ ਆ ਰਹੀ ਹੈ, ਕਿ ਇਹਨਾਂ ਤੋਂ ਆਪਾਂ ਖਰੀਦੇ ਸੀਗੇ। ਤੇ ਇਸ ਜਿਹੜੀ ਮੁਲਜ਼ਮ ਸੀਗੀ ਆ, ਇਹਨਾਂ ਨੇ ਜਿਹੜੀ ਲਾਈ ਸੀਗੀ ਇਹਦੇ ਵਿੱਚ ਐਂਟੀਸਪੇਟਰੀ ਬੇਲ ਇੱਕ ਲਾਈ ਸੀਗੀ ਕਿ ਮੈਨੂੰ ਇਹਦੇ ਵਿੱਚ ਝੂਠਾ ਫਸਾਇਆ ਜਾ ਰਿਹਾ, ਤੇ ਉਹਨਾਂ ਨੇ ਕੋਰਟ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਜਿਹੜਾ ਹੈਗਾ, ਤੇ ਜਿਹੜਾ ਮੇਨ ਮੈਟਰ ਹੈਗਾ ਆਪਣੀ ਤਰਫ ਤੋਂ ਵੀ ਇਹ ਸੀਗਾ ਕਿ ਜਿਹੜੀਆਂ ਓਵਰਡੋਜ਼ ਦੀ ਵਜ੍ਹਾ ਨਾਲ ਡੈਥ ਹੋ ਰਹੀਆਂ, ਉਹ ਸਟੇਟ ਦੀ ਰਿਸਪੌਂਸਿਬਿਲਿਟੀ ਕਿ ਉਹ ਦੇਖਣ ਤੇ ਕਿਵੇਂ ਡਰੱਗਸ ਨੂੰ ਜਿਹੜਾ ਹੈਗਾ ਯੰਗਸਟਰਸ ਜਿਹੜੇ ਹੈਗੇ ਪੰਜਾਬ ਦੇ ਈਜ਼ੀਲੀ ਐਕਸੈਸਿਵਨ ਸਕੂਲਾਂ 'ਚ, ਕਾਲਜਾਂ 'ਚ ਈਜ਼ੀਲੀ ਬੱਚਿਆਂ ਤੱਕ ਪੁੱਜ ਰਿਹਾ, ਤਾਂ ਉਹ ਇੱਕ ਰੀਜ਼ਨ ਹੈ। ਫਿਰ ਜੱਜ ਸਾਹਿਬ ਨੇ ਇਹਦੇ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ BOI ਦਾ ਮੰਗਿਆ ਸੀਗਾ ਕਿ ਤੁਸੀਂ ਡਿਟੇਲ ਦਿਓ ਪੂਰੀ ਕਿ ਕਿੰਨੀਆਂ ਜਿਹੜੀਆਂ ਡੈਥਸ ਹੈਗੀਆਂ 1/4/2020 ਤੋਂ ਬਾਅਦ ਹੁਣ ਤੱਕ ਜਿਹੜੀਆਂ ਹੈਗੀਆਂ ਹੋਈਆਂ, ਤੇ ਉਹਨਾਂ ਨੇ 3 ਸਾਲ ਦਾ ਐਫੀਡੇਵਿਟ ਜਿਹੜਾ ਹੈਗਾ 21 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ। ਤੇ ਉਹਦੇ ਵਿੱਚ ਜਿਹੜੇ ਅੰਕੜੇ ਸੀਗੇ, ਕੁਝ ਡਿਸਟ੍ਰਿਕਟ ਜਿਵੇਂ ਇਹਨਾਂ ਨੇ ਦਿਖਾਇਆ ਕਿ ਰੂਪਨਗਰ ਤੇ ਮੁਹਾਲੀ ਵਿੱਚ ਜੀ ਕੋਈ ਡੈਥ ਨਹੀਂ ਹੋਈ। ਹਾਂ, ਤੇ ਜਿਹੜਾ ਬਠਿੰਡਾ ਸੀਗਾ, ਬਠਿੰਡੇ ਵਿੱਚ ਜਿਵੇਂ 38 ਨੇ, ਤਰਨਤਾਰਨ, ਫਾਜ਼ਿਲਕਾ, ਇਹਨਾਂ ਡਿਸਟ੍ਰਿਕਟਸ ਵਿੱਚ ਨੁਕਸਾਨ ਜਿਹੜਾ ਹੈਗਾ ਜਿਹੜੀਆਂ ਡੈਥਸ ਨੇ ਉਹ ਜ਼ਿਆਦਾ ਹੋ ਰਹੀਆਂ। ਤੇ ਉਹ ਵੀ ਜਿਹੜੇ ਅੰਕੜੇ ਹੈਗੇ ਹੁਣ ਇਹਨਾਂ ਤੇ ਪੂਰੀ ਤਰ੍ਹਾਂ ਰਿਲਾਈ ਤਾਂ ਨਹੀਂ ਕਰ ਸਕਦੇ, ਪਰ ਸਟੇਟ, ਕਿਉਂਕਿ ਬਹੁਤ ਗਰਾਊਂਡ ਰਿਐਲਿਟੀ ਕੀ ਹੁੰਦੀ ਹੈ, ਬਹੁਤ ਸਾਰੇ ਕੇਸਿਸ ਜਿਹੜੇ ਹੈਗੇ ਫੈਮਿਲੀਜ਼ ਪਰਚਾ ਹੀ ਨਹੀਂ ਦਰਜ ਕਰਵਾਉਂਦੀਆਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਪਰਚਾ ਦਰਜ ਕਰਵਾਉਣਾ ਤੇ ਕੇਸ ਨੂੰ ਲੀਡ ਕਰਨਾ ਕਿੰਨਾ ਮੁਸ਼ਕਿਲ ਹੈ। ਪਰ ਫਿਰ ਵੀ ਜੇ ਇਹਨਾਂ ਅੰਕੜਿਆਂ ਨੂੰ ਵੀ ਸਹੀ ਮੰਨੀਏ, ਉਹਦੇ ਅਕੋਰਡਿੰਗ ਵੀ ਬਹੁਤ ਜ਼ਿਆਦਾ ਅਲਾਰਮਿੰਗ ਸਿਚੁਏਸ਼ਨ ਹੈ। ਫਿਰ ਜੱਜ ਸਾਹਿਬ ਨੇ ਇਹਦੇ ਵਿੱਚ ਉਹਨਾਂ ਤੋਂ ਆ ਵੀ ਪੁੱਛਿਆ ਸੀ ਕਿ ਤੁਸੀਂ ਦੱਸੋ ਕਿ ਕੀ ਸਟੈਪਸ ਲੈ ਰਹੇ ਹੋ, ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਵਿੱਚ ਕਿ ਇਹ ਡੈਥਸ ਨਾ ਹੋਣ, ਤੇ ਇੰਨੀ ਈਜ਼ੀਲੀ ਐਕਸੈਸ ਕਿਵੇਂ ਹੋ ਰਿਹਾ NDPS ਦੇ ਜਿਹੜੇ ਡਰੱਗਸ ਨੇ, ਇੰਨੇ ਈਜ਼ੀਲੀ ਯੰਗਸਟਰਸ ਤੱਕ ਪੁੱਜ ਕਿਵੇਂ ਰਿਹਾ। ਤੇ ਸਟੇਟ ਦੀ ਤਰਫ ਤੋਂ ਇਹਦੇ ਵਿੱਚ ਕੋਈ ਸੈਟੀਸਫੈਕਟਰੀ ਆਨਸਰ ਚਲੋ ਨਹੀਂ ਆਇਆ ਕਿ ਉਹਨਾਂ ਦੀ ਤਰਫ ਤੋਂ ਕਹਿਤਾ ਜੀ ਅਸੀਂ ਡੀ ਐਡਿਕਸ਼ਨ ਸੈਂਟਰਸ ਚਲਾ ਰਹੇ ਹਾਂ, ਅਸੀਂ ਮਹੱਲਿਆਂ ਤੇ ਪਿੰਡਾਂ ਦੇ ਵਿੱਚ ਲੈਵਲ ਤੇ ਜਾ ਕੇ ਯੰਗਸਟਰਸ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੈਲਥ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ ਜੀ, DGP ਜੀ ਦੇਖ ਰਹੇ ਆ ਇਹਦੇ ਵਿੱਚ, ਤੇ ਪੁਲਿਸ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਤੇ ਇਨਵੈਸਟੀਗੇਟਿੰਗ ਏਜੰਸੀ ਸਾਰੀਆਂ ਮਿਲ ਕੇ ਕੋਸ਼ਿਸ਼ ਕਰ ਰਹੀਆਂ ਕਿ ਇਹਨੂੰ ਘਟਾਇਆ ਜਾ ਸਕੇ। ਪਰ ਫਿਰ ਉਹਨਾਂ ਨੇ, ਜੱਜ ਸਾਹਿਬ ਨੇ ਇਹ ਦੇਖਿਆ ਕਿ ਕੋਈ ਵੀ ਸੈਟੀਸਫੈਕਟਰੀ ਰਿਸਪੌਂਸ ਹੈ ਨਹੀਂ, ਕਿਉਂਕਿ ਜਿਹੜਾ ਨੰਬਰ ਹੈ
2020-21 ਚ 36 ਮੌਤਾਂ ਇਹਨਾਂ ਨੇ ਦਿਖਾਈਆਂ, ਉਹ ਤੋਂ ਬਾਅਦ 71 ਹੋ ਗਈਆਂ, ਉਹ ਤੋਂ ਅਗਲੇ ਸਾਲ ਹੁਣ ਉਹ ਤੋਂ ਬਾਅਦ 159 ਹੋ ਗਈਆਂ ਨੇ, ਤਾਂ ਹਰ ਸਾਲ ਡਬਲ ਤੋਂ ਵੀ ਜ਼ਿਆਦਾ ਨੰਬਰ ਹੋ ਰਿਹਾ। ਤੇ ਫਿਰ ਜੇ ਇਹਨਾਂ ਨੇ ਸਟੈਪਸ ਲਿੱਤੇ ਹੁੰਦੇ ਤਾਂ ਫਿਰ ਇਦਾਂ ਦਾ ਰਿਜ਼ਲਟ ਨਹੀਂ ਆਉਣਾ ਚਾਹੀਦਾ ਸੀਗਾ। ਹਾਲੇ ਤਾਂ ਜਿਹੜਾ ਅਸਲੀ ਨੰਬਰ ਆ ਉਹ ਤਾਂ ਆਪਾਂ ਜੱਜ ਵੀ ਨਹੀਂ ਕਰ ਸਕਦੇ ਕਿੰਨਾ ਹੈ ਜੀ, ਹੈ ਨਾ ਜੀ। ਤੇ ਇਸ ਕਰਕੇ ਚੀਫ ਸੈਕਟਰੀ ਨੂੰ ਹੁਣ ਇਹਦੇ ਵਿੱਚ ਕੋਰਟ ਨੇ ਇਹ ਕਿਹਾ ਕਿ ਚੀਫ ਸੈਕਟਰੀ ਦੇ ਧਿਆਨ 'ਚ ਵੀ ਐਫੀਡੇਵਿਟ ਲਿਆਇਆ ਜਾਵੇ, ਉਹਨਾਂ ਨੂੰ ਵੀ ਦੱਸੋ ਕਿ ਕਿੰਨਾ ਜਿਹੜਾ ਹੈਗਾ ਅਲਾਰਮਿੰਗ ਸਿਚੁਏਸ਼ਨ ਹੋ ਚੁੱਕੀ ਹੈ ਕਿ ਯੰਗ ਲਾਈਫਸ ਜਿਹੜੀਆਂ ਹੈਗੀਆਂ ਪੰਜਾਬ ਲੂਜ਼ ਕਰ ਰਿਹਾ, ਤੇ ਇਹਦੇ ਵਿੱਚ ਤੁਸੀਂ ਹੁਣ ਅੱਗੇ ਆਪਣੇ ਪੱਧਰ ਤੇ ਇਦਾਂ ਦੇ ਸਟੈਪਸ ਲਾਓ, ਕੁਝ ਪ੍ਰੋਡਕਟਿਵ ਸਟੈਪਸ ਲਾਓ ਕਿ ਇਹ ਚੀਜ਼ ਨੂੰ ਕਿਉਰ ਕੀਤਾ ਜਾ ਸਕੇ। ਠੀਕ ਹੈ, ਠੋਸ ਢੁਕਵੇਂ ਕਦਮ ਚੁੱਕਣ ਦੀ ਗੱਲ ਹੈ। ਹਾਲਾਂਕਿ ਜਿਹੜਾ ਅੰਕੜੇ ਦੀ ਗੱਲ ਹੈ, ਜਿਹੜੇ 3 ਸਾਲ ਦੇ ਅੰਕੜੇ ਦੀ ਗੱਲ ਹੈ, ਇਹ 1 ਅਪ੍ਰੈਲ 2020 ਤੋਂ 31 ਮਾਰਚ 2023 ਤੱਕ ਦੇ ਅੰਕੜੇ ਨੇ। ਸਿਰਫ 3 ਸਾਲਾਂ ਦੇ ਵਿੱਚ 266 ਓਵਰਡੋਜ਼ ਨਾਲ ਮੌਤਾਂ ਨੇ। ਪਰ ਜਿਵੇਂ ਕਿ ਸਤਨਾਮ ਜੀ ਨੇ ਦੱਸਿਆ ਕਿ ਬਹੁਤ ਸਾਰੇ ਅੰਕੜੇ ਉਹ ਵੀ ਨੇ ਜਿਹੜੇ ਸ਼ਾਇਦ ਹੁਣ ਤੱਕ ਲੁਕੇ ਰਹਿ ਜਾਂਦੇ ਨੇ। ਅੰਸ਼ੁਲ ਜੀ, ਪਰ ਜਿਹੜੇ ਅੰਕੜੇ ਰੱਖੇ ਗਏ, ਹਾਲਾਂਕਿ ਮਸਲਾ ਜਿਸ ਤਰੀਕੇ ਨਾਲ ਬਣਦਾ ਨਜ਼ਰ ਆਇਆ, ਜਿਹੜੇ ਅੰਕੜੇ ਰੱਖੇ ਗਏ ਉਹ ਅੰਕੜੇ ਪੰਜਾਬ ਦੀ ਸੱਚਾਈ ਤੋਂ ਕੋਹਾਂ ਦੂਰ ਨੇ। ਕਿਤੇ ਨਾ ਕਿਤੇ ਪੰਜਾਬ ਦੀ ਸੱਚਾਈ ਦਾ ਕੁਝ ਹੋਰ ਹੈ ਨਾ। ਸੋ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਅੱਗੇ ਜਿਹੜਾ ਕਿ ਢੁਕਵੇਂ ਰੂਪ 'ਚ ਪੇਸ਼ ਕੀਤਾ ਜਾ ਸਕਦਾ ਹੈ? ਸਰ ਦੇਖਦੇ ਹਾਂ ਹੁਣ ਜਦ ਇਨਫੋਰਮੇਸ਼ਨ ਲੈ ਕੇ 9 ਅਕਤੂਬਰ ਨੂੰ ਇਹਦੇ ਡੇਟ ਲੱਗੀ ਹੋਈ ਹੈ, ਜਦ ਦੇਖਦੇ ਹਾਂ ਉਹਨਾਂ ਦਾ ਕੀ ਰਿਪਲਾਈ ਆਉਂਦਾ ਦੁਬਾਰਾ ਜਾਂ ਉਹ ਕੀ ਕਹਿੰਦੇ ਆ। ਹਾਲੇ ਤਾਂ ਉਹਨਾਂ ਨੂੰ ਕੋਈ ਟਾਈਮ ਬਾਉਂਡ ਕੀਤਾ ਨਹੀਂ ਗਿਆ ਕਿ ਇਹਦੇ ਵਿੱਚ ਬਸ ਉਹੀ ਹੈ ਕਿ ਦੇਖਦੇ ਹਾਂ ਅਸੀਂ ਕਿ ਹਾਂ ਇਹ ਕਰ ਸਕਦੇ ਹਾਂ। ਜੈਸੇ ਇਹਨਾਂ ਨੇ ਆਪਣੇ ਐਫੀਡੇਵਿਟ ਦੇ ਵਿੱਚ ਪਠਾਨਕੋਟ ਦੇ SBS ਨਗਰ ਦੋਨਾਂ ਦੇ ਵਿੱਚ 0 ਦਿਖਾਇਆ। ਇੰਨਾ ਨਹੀਂ ਹੋ ਸਕਦਾ ਕਿ ਉਹਦੇ ਇੱਕ ਵੀ ਮੌਤ ਨਹੀਂ ਹੋਈ, ਕਿ ਬਿਲਕੁਲ ਹੀ ਉਹ ਹੈ ਕਾਂਕੜੇ ਤੋਂ ਇਹਨਾਂ ਦੇ ਗਲਤ ਹੈ ਹੀ ਨੇ, ਤਾਂ ਉਹ ਤਾਂ ਇਹਨਾਂ ਨੂੰ ਠੀਕ ਕਰਨੇ ਪੈਣੇ। ਉਹਦੇ ਕਰਕੇ ਹੀ ਜੱਜ ਸਾਹਿਬ ਨੇ ਸਾਨੂੰ ਐਂਟੀਸਪੇਟਰੀ ਬੇਲ ਦਿੱਤੀ ਹੈ ਅਤੇ ਇਹਨਾਂ ਨੂੰ ਦੁਬਾਰਾ ਹਦਾਇਤ ਦਿੱਤੀ ਹੈ ਕਿ ਤੁਸੀਂ ਦੁਬਾਰਾ ਤੋਂ ਜਾਂਚ ਪੜਤਾਲ ਕਰਿਓ ਅਤੇ ਸਾਨੂੰ ਦੱਸਿਓ। ਅੰਕੜਿਆਂ ਤੋਂ ਸੰਤੁਸ਼ਟ ਨਹੀਂ ਸਿੱਧੇ ਤੌਰ ਤੇ, ਕਿਉਂਕਿ ਜਿਸ ਤਰੀਕੇ ਦਾ ਕਿਹਾ ਕਿ ਪਠਾਨਕੋਟ ਜਾਂ ਸਾਹਿਬਜ਼ਾਦਾ ਠੀਕ ਹੈ SBS ਨਗਰ ਦੀ ਗੱਲ ਕਰ ਲਈਏ ਤਾਂ ਉੱਥੇ ਜਿਹੜਾ ਕਿ ਹੈ ਉਹ 0 ਮੌਤਾਂ ਦਿਖਾਈਆਂ ਗਈਆਂ। ਚਲੋ ਇਹ ਵੀ ਮੰਨ ਲਿਆ ਕਿ ਕਿਤੇ ਨਾ ਕਿਤੇ ਰਜਿਸਟ੍ਰੇਸ਼ਨ ਨਹੀਂ ਹੋਈ ਜਾਂ ਅਸੀਂ ਕਹਿੰਦੇ ਕਿ FIR ਨਹੀਂ ਹੋਈ, ਪਰ ਫਿਰ ਵੀ ਕੀ 266 3 ਸਾਲਾਂ ਦੇ ਅੰਕੜੇ ਫਿਰ ਵੀ ਲੱਗਦੇ ਨੇ ਵੀ ਇਹ ਠੀਕ ਨੇ, ਜਾਂ ਇਹ ਲਾ ਲਈਏ ਕਿ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ ਕਿ ਠੀਕ ਆ ਫਰਜ਼ੀਵਾੜਾ ਇੱਕ? ਸਰ ਅੰਕੜੇ ਬਹੁਤ ਘੱਟ ਨੇ ਜੀ। ਗਰਾਊਂਡ ਰਿਐਲਿਟੀ ਜਿਹੜੀ ਹੈਗੀ ਹੈ, ਅਸੀਂ ਜਿਹੜਾ ਦੇਖਦੇ ਹਾਂ ਕੁਝ ਡਿਸਟ੍ਰਿਕਟਸ ਦੇ ਵਿੱਚ, ਈਵਨ ਕਿ ਲੋਕੀ ਵੀ ਜਿਹੜੇ ਅੱਗੇ ਵੱਧ ਕੇ ਆ ਰਹੇ ਉਹ ਦੱਸਦੇ ਆ ਕਿ ਜੀ ਈਵਨ ਸਾਡੇ ਜਿਹੜੇ ਡਿਸਟ੍ਰਿਕਟਸ 'ਚ ਹੈ ਪਿਛਲੇ ਹਫਤੇ ਹੀ 2 ਡੈਥਸ ਹੋ ਗਈਆਂ ਨੇ। ਕੁਝ ਜਗ੍ਹਾ ਮੈਂ ਦੇਖਿਆ ਲੋਕਾਂ ਨੇ ਗੱਲ ਕੀਤੀ ਸੀਗੀ ਇਹਦੇ ਬਾਰੇ। ਅਤੇ ਜਿਹੜੀ ਇੱਕ ਮੇਨ ਚੀਜ਼ ਭਾਜੀ ਕਨਸਰਨਿੰਗ ਪਤਾ ਕੀ ਹੈ ਇਹਦੇ ਵਿੱਚ, ਕਿ ਜਿਹੜੇ ਗਰਾਊਂਡ ਲੈਵਲ 'ਤੇ ਨਾ ਜਨਤਾ ਨੂੰ ਵੀ ਕੰਮ ਕਰਨ ਦੀ ਲੋੜ ਹੈ। ਬਿਲਕੁਲ ਠੀਕ ਹੈ ਜੀ, ਕਿ ਇੰਨੇ ਈਜ਼ੀਲੀ ਜਿਹੜਾ ਹੈਗਾ ਬੱਚਿਆਂ ਤੱਕ ਡਰੱਗਸ ਪਹੁੰਚ ਕਿਵੇਂ ਰਹੇ ਨੇ, ਹੈ ਨਾ, ਉਹ ਚੀਜ਼ ਨੂੰ ਦੇਖਣ ਦੀ ਜ਼ਰੂਰਤ ਹੈ। ਇਹਦੇ ਵਿੱਚ ਜਿਹੜੇ ਅੰਕੜੇ ਹੁਣ ਜੇ ਇਹਨਾਂ ਨੂੰ ਵੀ ਅਸੀਂ ਸਹੀ ਮੰਨ ਲਈਏ ਤਾਂ ਵੀ ਭਾਜੀ ਕਿ 266 ਨੂੰ ਵੀ ਅਸੀਂ ਸਹੀ ਮੰਨੀਏ ਕਿ ਜੀ ਇਹ ਜਿਹੜਾ ਐਫੀਡੇਵਿਟ ਹੈ ਸਰਕਾਰ ਨੇ ਦਿੱਤਾ ਹੈ ਤਾਂ ਇੰਨੇ ਹੀ ਹੈਗੇ ਅੰਕੜੇ, ਤਾਂ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਵਰਸਨਿੰਗ ਹੈ ਜੀ। ਅਤੇ ਹਰ ਸਾਲ ਇਹਦੇ ਵਿੱਚ ਨੰਬਰ ਵੱਧ ਹੀ ਰਿਹਾ। ਅਤੇ ਹੁਣ ਇਹਦੇ ਵਿੱਚ ਜਿਹੜੀ ਜਨਤਾ ਵੀ ਹੈਗੀ ਉਹਨੂੰ ਵੀ ਇਹ ਦੇਖਣ ਦੀ ਲੋੜ ਹੈ ਕਿ ਜਿਹੜਾ ਡਰੱਗਸ ਹੈਗੇ ਆ ਬੱਚੇ ਕੰਜ਼ਿਊਮ ਕਰ ਕਿਉਂ ਰਿਹਾ, ਹੈ ਨਾ ਜੀ। ਜਿਵੇਂ ਬੇਰੁਜ਼ਗਾਰੀ ਰੀਜ਼ਨ ਆ ਜਾਂਦਾ ਹੈ ਨਾ ਜੀ, ਉਹ ਤੋਂ ਬਾਅਦ ਈਜ਼ੀਲੀ ਐਕਸੈਸ ਹੋ ਰਿਹਾ ਹੈ ਅਤੇ ਬੱਚੇ ਜ਼ਿਆਦਾ ਸਟ੍ਰੈਸ ਲੈ ਰਹੇ। ਈਵਨ ਤੁਸੀਂ ਇਹ ਦੇਖੋ ਸਰ ਕਿ ਕੋਵਿਡ ਦੇ ਵਿੱਚ 1/4/2020 ਤੋਂ ਬਾਅਦ ਦਾ ਐਫੀਡੇਵਿਟ ਹੈ, ਤਕਰੀਬਨ 1 ਸਾਲ ਦੇਸ਼ 'ਚ ਜ਼ਿਆਦਾ ਇੰਨੇ ਪੱਧਰ 'ਤੇ ਖੁੱਲ੍ਹਿਆ ਨਹੀਂ ਸੀਗਾ, ਅਤੇ ਸਟੇਟ ਵੀ ਇੰਨੀ ਈਜ਼ੀਲੀ ਫਿਰ ਵੀ ਉੱਥੇ ਡੈਥਸ ਜਿਹੜੀਆਂ ਹੈਗੀਆਂ ਉਹ ਨੰਬਰ ਆਈਆਂ। ਤਾਂ ਫਿਰ ਜੇ ਕੋਵਿਡ ਦੇ ਟਾਈਮ ਵੀ ਇੰਨੀਆਂ ਡੈਥਸ ਹੋ ਸਕਦੀਆਂ ਤੇ ਹੁਣ ਤਾਂ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ। ਸਤਨਾਮ ਜੀ, ਗੱਲ ਧਿਆਨ ਵਾਲੀ ਹੈ ਇੱਥੇ ਦੇਣ ਵਾਲੀ ਕਿ ਕਿਹੜਾ ਨਸ਼ਾ, ਕੋਈ ਖਾਸ ਤੌਰ 'ਤੇ ਸਪੈਸੀਫਿਕ ਨਸ਼ਾ ਦੱਸਿਆ ਗਿਆ ਵੀ ਇਸ ਨਸ਼ੇ ਦੇ ਨਾਲ ਜ਼ਿਆਦਾ ਓਵਰਡੋਜ਼ ਹੈ, ਅਤੇ ਉਮਰ, ਕੋਈ ਖਾਸ ਉਮਰ ਦੇ ਲੋਕਾਂ ਦਾ ਜ਼ਿਕਰ ਹੋਇਆ ਇਸ ਰਿਪੋਰਟ ਦੇ ਵਿੱਚ? ਸਰ ਆਹੀ ਚੀਜ਼ ਸੀਗੀ ਨਾ, ਤਾਂ ਇਹਦੇ ਵਿੱਚ ਜੈਂਡਰ ਕਲੀਅਰ ਕੀਤਾ ਗਿਆ ਕਿ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ। ਠੀਕ ਹੈ ਜੀ, ਇਹਨਾਂ ਨੇ ਇੱਕ ਮਤਲਬ ਜਨਰਲ ਐਫੀਡੇਵਿਟ ਦੇਤਾ ਜੀ ਇੰਨੀਆਂ ਡੈਥਸ ਹੋ ਗਈਆਂ, ਨਾ ਏਜ ਇਹਦੇ ਵਿੱਚ ਸਪੈਸੀਫਾਈ ਕੀਤੀ। ਇਹ ਕਹਿਤਾ ਗਿਆ ਜੀ ਕਿ ਯੰਗ ਹੀ ਬੱਚੇ ਨੇ ਜਿਹੜੇ ਉਹ ਸਾਰੇ ਯੰਗ ਹੀ ਨੇ ਇਹਦੇ ਵਿੱਚ, ਉਹ ਇਹਨਾਂ ਨੇ ਸਪੈਸੀਫਾਈ ਨਹੀਂ ਕੀਤਾ। ਉਹ ਤੋਂ ਬਾਅਦ ਇਹਨਾਂ ਨੇ ਕੀ ਸਟੈਪਸ ਲਿੱਤੇ ਆ ਉਹ ਜ਼ਿਆਦਾ ਕੁਝ ਸਪੈਸੀਫਾਈ ਕਰ ਨਹੀਂ ਪਾਏ। ਅਤੇ ਕਿਹੜਾ ਡਰੱਗਸ ਹੈ ਜਿਹਦੀ ਵਜ੍ਹਾ ਨਾਲ ਇਹ ਡੈਥਸ ਹੋ ਰਹੀਆਂ ਨੇ, ਕਿਹੜਾ ਪਰਟੀਕੂਲਰ ਜਿਹੜਾ ਕੰਟਰਾਵੈਂਡ ਹੈ ਜਾਂ ਕੈਮੀਕਲ ਆਪਾਂ ਕਹਿ ਲਈਏ ਕਿ ਜਿਹਦੀ ਵਜ੍ਹਾ ਨਾਲ ਇਹ ਡੈਥਸ ਹੋ ਰਹੀਆਂ ਕਿ ਉਹਦੇ 'ਤੇ ਜ਼ਿਆਦਾ ਕੰਮ ਕੀਤਾ ਜਾਵੇ, ਉਹ ਵੀ ਕੁਝ ਸਪੈਸੀਫਾਈ ਨਹੀਂ ਕੀਤਾ ਗਿਆ। ਅੰਸ਼ੁਲ ਜੀ, ਇਹ ਚੀਜ਼ਾਂ ਸਪੈਸੀਫਾਈ ਨਹੀਂ ਹੋਈਆਂ, ਚੀਜ਼ਾਂ ਸਿੱਧੇ ਤੌਰ 'ਤੇ ਅਸੀਂ ਕਹਿ ਦਈਏ ਕਿ ਸਪਸ਼ਟ ਨਹੀਂ ਹੋਇਆ ਕਿ ਕਿਹੜਾ ਡਰੱਗਸ ਹੈ, ਕਿਸ ਤਰੀਕੇ ਦੇ ਨਾਲ ਲਿਆ ਗਿਆ, ਕਿਵੇਂ ਆ। ਪਰ ਜਿਹੜੇ ਸਟੈਪਸ ਜਾਂ ਜਿਹੜੇ ਕਦਮ ਕਹੇ ਜਾਂਦੇ ਨੇ ਕਿ ਸਰਕਾਰ ਕਰ ਰਹੀ ਹੈ, ਪੁਲਿਸ ਕਰ ਰਹੀ ਹੈ, ਹਾਲਾਂਕਿ ਲਗਾਤਾਰ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਵੱਡੀਆਂ ਖੇਪਾਂ ਫੜੀਆਂ ਗਈਆਂ, ਕਿ ਉਹਨਾਂ ਦੇ ਜ਼ਿਕਰ ਨਾਲ ਵੀ ਸੈਟਿਸਫੈਕਸ਼ਨ ਨਹੀਂ ਹੋਈ ਕੋਰਟ ਨੂੰ? ਸਰ ਨਹੀਂ ਹੋਈ, ਕਿਉਂਕਿ ਉਹਨਾਂ ਨੇ ਭਾਈ ਇੱਕ ਹੀ ਰਿਪਲਾਈ ਦਿੱਤਾ ਕਿ ਅਸੀਂ ਡੀ ਐਡਿਕਸ਼ਨ ਸੈਂਟਰ ਖੋਲ੍ਹੇ ਹੋਏ ਨੇ, ਬਟ ਉਹਨਾਂ ਦਾ ਵੀ ਕੋਈ ਨਾਕੜਾ ਇਹਨਾਂ ਨੇ ਰਿਪੋਰਟ ਦੇ ਵਿੱਚ ਨਹੀਂ ਮੈਂਸ਼ਨ ਕੀਤਾ। ਤੁਸੀਂ ਐਫੀਡੇਵਿਟ ਦੇਖ ਸਕਦੇ ਹੋ, ਉਹਦੇ ਵਿੱਚ ਸਿਰਫ ਮੌਤਾਂ ਦਾ ਬਿਊਰਾ ਦਿੱਤਾ ਗਿਆ, ਉਹਦੇ ਵਿੱਚ ਕहीं ਵੀ ਇਹ ਨਹੀਂ ਦੱਸਿਆ ਗਿਆ ਕਿੰਨੇ ਡੀ ਐਡਿਕਸ਼ਨ ਸੈਂਟਰ ਖੋਲ੍ਹੇ ਨੇ ਅਤੇ ਕਿੰਨੇ ਬੱਚੇ ਉੱਥੋਂ ਜਾ ਕੇ ਉਪਚਾਰ ਲੈ ਰਹੇ ਨੇ। ਯਾਨੀ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਵੀ ਆਪਦੇ ਵੱਲੋਂ ਜੋ ਅਸੀਂ ਉਪਰਾਲੇ ਕਹਿ ਦਈਏ, ਉੱਦਮ ਕਹਿ ਦਈਏ, ਕੋਰਟ ਉਹਨਾਂ ਤੋਂ ਖੁਸ਼ ਨਹੀਂ ਹੈ, ਕੋਰਟ ਉਹਨਾਂ ਤੋਂ ਸੰਤੁਸ਼ਟ ਨਹੀਂ ਹੈ। ਬਿਲਕੁਲ ਸਰ, ਬਿਲਕੁਲ।
ਇਸ ਕਰਕੇ ਕੋਰਟ ਨੇ ਹੁਣ ਜਿਹੜਾ ਹੈਗਾ ਚੀਫ ਸੈਕਟਰੀ ਪੰਜਾਬ ਤੇ ਸਾਰੀ ਗੱਲ ਛੱਡੀ ਹੈ ਕਿ ਹੁਣ ਤੁਸੀਂ ਇਹਦੇ ਵਿੱਚ ਸਟੈਪਸ ਲਾਓ, ਅਦਰਵਾਈਜ਼ ਇਹ ਨਾ ਹੋਵੇ ਕੋਰਟ ਨੂੰ ਦੁਬਾਰਾ ਇਹਦੇ ਵਿੱਚ ਇੰਟਰਫੇਅਰ ਕਰਨਾ ਪਵੇ। ਖਾਸ ਹਦਾਇਤ ਹੋਈ ਹੈ ਕਿੱਦਾਂ ਦੇ ਸਟੈਪਸ ਇਦਾਂ ਕੁਝ? ਸਰ ਇਹੀ ਚੀਜ਼ ਤਾਂ ਹੁਣ ਦੇਖੋ ਨਾ, ਇਹਦੇ ਵਿੱਚ ਸਟੇਟ ਹੀ ਦੱਸੇਗੀ। ਜਿੱਦਾਂ ਇਹ ਕਹਿ ਦਿੰਦੇ ਕਿ ਅਸੀਂ ਜੀ ਪਿੰਡਾਂ ਵਿੱਚ ਜਾ ਕੇ ਅਵੇਅਰ ਕਰਵਾ ਰਹੇ ਹਾਂ, ਆਪਾਂ ਡੀ ਐਡਿਕਸ਼ਨ ਸੈਂਟਰ ਖੋਲ੍ਹ ਰਹੇ ਹਾਂ, ਉਹ ਚੀਜ਼ ਨੂੰ ਜਿਹੜਾ ਹੈਗਾ ਨਹੀਂ ਕੁਝ ਰਿਸਪੌਂਸ ਆਇਆ ਵਧੀਆ, ਤੇ ਹੁਣ ਚੀਫ ਸੈਕਟਰੀ ਸਾਹਿਬ ਇਹਦੇ ਵਿੱਚ ਕੀ ਕਰਦੇ ਨੇ, ਇਹ ਉਹੀ ਦੇਖਣਗੇ ਕਿ ਕੀ ਸਟੈਪਸ ਲੈਂਦੇ, ਕਿਉਂਕਿ ਹੈਲਥ ਡਿਪਾਰਟਮੈਂਟ ਵੀ ਵਿੱਚ ਇਨਵੋਲਵ ਹੈ, ਤੇ ਹੁਣ ਇਹ ਇਹਦੇ ਵਿੱਚ ਐਕਸਪਰਟਸ ਨੇ, ਇਹੀ ਇਹਦੇ ਵਿੱਚ ਦੇਖ ਸਕਦੇ ਕਿ ਕੀ ਕਰਨਾ ਹੈ ਕੀ ਅਗਲੀ ਨਹੀਂ। ਸੁਣਵਾਈ ਕਦੋਂ ਹੈ? ਹੁਣ ਅਗਲੀ ਸੁਣਵਾਈ ਹੈਗੀ ਜੀ 9 ਅਕਤੂਬਰ ਨੂੰ। ਤੁਹਾਨੂੰ ਕੀ ਲੱਗਦਾ 9 ਅਕਤੂਬਰ ਨੂੰ ਕੋਈ ਨਵਾਂ ਖੁਲਾਸਾ ਇਸ ਚੀਜ਼ 'ਚ ਹੋ ਸਕਦਾ ਹੈ? ਸਰ ਹੋ ਵੀ ਸਕਦਾ ਹੈ, ਬਟ ਇਹਦੇ ਵਿੱਚ ਕੋਰਟ ਨੇ 9 ਅਕਤੂਬਰ ਤੱਕ ਬਾਉਂਡ ਨਹੀਂ ਕੀਤਾ ਚੀਫ ਸੈਕਟਰੀ ਸਾਹਿਬ ਨੂੰ, ਉਹਨਾਂ ਨੂੰ ਖੁੱਲ੍ਹਾ ਟਾਈਮ ਦਿੱਤਾ ਹੈ, ਕਿਉਂਕਿ ਜਿਹੜੀ ਇਹ ਆਪਾਂ ਕਹਿ ਲਈਏ ਡਰੱਗਸ ਵਾਲੀ ਡਿਸੀਜ਼ ਹੈ ਪੰਜਾਬ 'ਚ, ਇਹ ਬਹੁਤ ਵੱਡੇ ਲੈਵਲ ਤੇ ਚੱਲੀ ਹੋਈ ਹੈ, ਤੇ 10-15 ਦਿਨ ਦੇ ਅੰਦਰ ਇਹਦੇ ਵਿੱਚ ਕੋਈ ਇੰਨਾ ਪ੍ਰੋਡਕਟਿਵ ਰਿਸਪੌਂਸ ਆਏਗਾ ਨਹੀਂ, ਬਟ ਉਹਨਾਂ ਨੂੰ ਟਾਈਮ ਦਿੱਤਾ ਹੈ, ਤੇ ਉਹ ਹੁਣ ਚੀਫ ਸੈਕਟਰੀ ਸਾਹਿਬ ਦਾ ਕੰਸਰਨ ਹੈ ਕਿ ਉਹ ਇਹਦੇ ਵਿੱਚ ਕੀ ਕਰਦੇ ਆ। ਸਾਰੀ ਟੀਮ ਆ ਉਹਨਾਂ ਪਾਸ, ਸਾਰੇ ਐਕਸਪਰਟਸ ਨੇ, ਤੇ ਦੇਖਦੇ ਹਾਂ ਆਪਾਂ ਇਹਦੇ ਵਿੱਚ ਕੀ ਰਹਿੰਦਾ ਹੈ। 9 ਤਰੀਕ ਨੂੰ ਹੁਣ ਆਪਾਂ ਦੇਖਦੇ ਹਾਂ ਕਿ ਜੱਜ ਸਾਹਿਬ ਇਹਦੇ ਵਿੱਚ ਕੀ ਕਰਦੇ ਨੇ। ਠੀਕ ਹੈ, ਸੋ 9 ਤਰੀਕ ਨੂੰ ਅਗਲੀ ਸੁਣਵਾਈ ਹੈ ਇਸ ਮਸਲੇ ਦੇ ਵਿੱਚ। ਪਰ ਜਦੋਂ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਝਾਤ ਮਾਰੀਏ ਤਾਂ ਇੱਕ ਅੰਕੜਾ 266 ਅੰਕੜਾ ਜਿਹੜਾ ਕਿ 3 ਅੰਕਾਂ ਦਾ ਅੰਕੜਾ ਹੈ, ਇਹ ਕਿਤੇ ਨਾ ਕਿਤੇ ਪੰਜਾਬ ਨੂੰ ਹੈਰਾਨ ਕਰਨ ਵਾਲਾ ਆ ਕਿ 3 ਸਾਲਾਂ ਦੇ ਵਿੱਚ ਓਵਰਡੋਜ਼ ਦੇ ਨਾਲ 266 ਮੌਤਾਂ ਹੋਈਆਂ। ਪਰ ਇਸ ਅੰਕੜੇ ਦੇ ਵਿੱਚ ਕੁਝ ਸੂਬੇ ਨੇ ਜਿਨ੍ਹਾਂ ਦੇ ਉੱਤੇ ਜ਼ੀਰੋ ਦਿਖਾਇਆ ਗਿਆ, ਜਾਂ ਤਾਂ ਉੱਥੇ ਸ਼ਿਕਾਇਤਾਂ ਦਰਜ ਨਹੀਂ ਹੋਈਆਂ, ਜਾਂ ਤਾਂ ਉਹ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਗਿਆ, ਜਾਂ ਫਿਰ ਕਿਤੇ ਨਾ ਕਿਤੇ ਹਜੇ ਵੀ ਇਹ ਲੱਗਦਾ ਆ ਕਿ ਪ੍ਰਸ਼ਾਸਨ ਹੈ ਉਹ ਗੋਂਗਲੂਆਂ ਤੋਂ ਮਿੱਟੀ ਝਾੜਦਾ ਹੋਇਆ ਨਜ਼ਰ ਆ ਰਿਹਾ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਨਵੇਂ ਖੁਲਾਸੇ ਹੁੰਦੇ ਨੇ, ਜਿਹਦੇ ਨਾਲ ਪੰਜਾਬ ਦੇ ਉੱਤੇ ਇਸ ਨਸ਼ੇ ਸੰਬੰਧੀ ਕੋਈ ਨਵੀਂ ਰਿਪੋਰਟ ਸਾਹਮਣੇ ਆਉਂਦੀ ਹੈ, ਤੇ ਖਾਸ ਤੌਰ ਤੇ ਸਰਕਾਰ ਪ੍ਰਸ਼ਾਸਨ ਇਸ ਜਾਲ ਨੂੰ ਤੋੜਨ ਦੇ ਲਈ ਕੀ ਕਰਦਾ ਹੈ। ਮੈਂ ਸੁਰਖਾਬ ਆਪਣੇ ਸਹਿਯੋਗੀ ਅਮਨ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਮੋਹਾਲੀ।